ਸਤਿ ਸ਼੍ਰੀ ਅਕਾਲ। ਇੰਡੀਆ ਪਲੱਸ ਯੂਐਸਏ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਅਮਨਪ੍ਰੀਤ ਕੌਰ ਸਵਾਗਤ ਕਰਦੀ ਹਾਂ। ਮੈਨੂੰ ਖੁਸ਼ੀ ਹੈ ਕਿ ਲੋਕ ਆਪਣੀ ਧਰਤੀ ਤੇ ਪਾਣੀ ਬਚਾਓ ਮੁਹਿੰਮ ਦੀ ਸ਼ੁਰੂਆਤ ਕਰ ਰਹੇ ਹਨ। ਭਾਜਪਾ ਵੱਲੋਂ ਮਾਨ ਸਰਕਾਰ ਖਿਲਾਫ ਪ੍ਰਦਰਸ਼ਨ। ਲੁਧਿਆਣਾ 'ਚ ਸੀਐਮ ਮਾਨ ਦਾ ਐਲਾਨ, ਕਿਸਾਨਾਂ ਨੂੰ ਮੂੰਗੀ ਬਾਸਮਤੀ ਤੇ ਦੇਵਾਂਗੇ ਐਮਐਸਪੀ। ਪੀਐਮ ਮੋਦੀ ਨੇ ਜੀਟੋ ਕਨੈਕਟ ਸਮਾਗਮ ਨੂੰ ਸੰਬੋਧਨ ਕੀਤਾ। ਜ਼ੈਲੈਂਸਕੀ ਨੇ ਕੀਤੀ ਲਾਈਵ ਪ੍ਰੈਸ ਕਾਨਫਰੰਸ। आओ शुरुआत करते हैं आज इस पहली वड्डी खबर तो। ਮੈਨੂੰ ਖੁਸ਼ੀ ਹੈ ਕਿ ਲੋਕ ਆਪਣੀ ਧਰਤੀ ਤੇ ਪਾਣੀ ਬਚਾਓ ਮੁਹਿੰਮ ਦੀ ਸ਼ੁਰੂਆਤ ਕਰ ਰਹੇ ਹਨ। ਪਾਣੀ ਦੀ ਸਮੱਸਿਆ ਨੂੰ ਰਾਹਤ ਦਿੰਦੇ ਹੋਏ ਕਿਹਾ ਕਿ ਅੱਜ ਫਿਕਰਮੰਦ ਹਾਂ। ਦੁਕਾਨਦਾਰ, ਕਿਸਾਨ ਤੇ ਆਮ ਲੋਕ ਚੰਗੇ ਪਾਣੀ ਲਈ ਫਿਕਰਮੰਦ ਹਾਂ। ਪਾਣੀ ਦੀ ਕਮੀ ਦੇ ਲਈ ਫਿਕਰਮੰਦ ਹਾਂ। ਇਸ ਲਈ ਤੰਦਰੁਸਤ ਜ਼ਿੰਦਗੀ ਤੇ ਚੰਗੀ ਖੇਤੀ ਚੰਗੇ ਪਾਣੀ ਦੇ ਨਾਲ ਹੀ ਹੋ ਸਕਦੀ ਹੈ। ਮੈਨੂੰ ਖੁਸ਼ੀ ਹੋ ਰਹੀ ਹੈ ਕਿ ਲੋਕ ਆਪਣੀ ਹੀ ਧਰਤੀ ਤੇ ਪਾਣੀ ਬਚਾਉਣ ਲਈ ਚਲਾਈ ਗਈ ਮੁਹਿੰਮ ਦਾ ਸਾਥ ਦੇ ਰਹੇ ਹਨ ਅਤੇ ਜਦੋਂ ਅਸੀਂ ਮਿਲ ਕੇ ਕੋਸ਼ਿਸ਼ ਕਰਾਂਗੇ ਤਾਂ ਜ਼ਰੂਰ ਕਾਮਯਾਬ ਹੋਵਾਂਗੇ। ਸਿੱਧੀ ਬਿਜਾਈ ਦਾ ਅਪੀਲ ਕੀਤੀ ਹੈ, ਉਸ ਦਾ ਇੱਕ ਬਹੁਤ ਸ਼ਲਾਘਾਯੋਗ ਫੈਸਲਾ ਉਹਨਾਂ ਨੇ ਲਿਆ ਕਿ 1500 ਰੁਪਇਆ ਪਰ ਏਕੜ ਸਹਾਇਤਾ ਦੇਣ ਦਾ ਫੈਸਲਾ ਕੀਤਾ, ਜੋ ਕਿ ਇੱਕ ਬਹੁਤ ਲਾਭਕਾਰੀ ਫੈਸਲਾ ਹੈ। ਅਸੀਂ ਵੀ ਵਿਦਿਅਕ ਸਭਾ ਜੰਡ ਸਾਹਿਬ ਜ਼ਿਲ੍ਹਾ ਫਰੀਦਕੋਟ ਨੇ ਫੈਸਲਾ ਕੀਤਾ ਹੈ ਕਿ ਸਰਕਾਰ ਦੇ ਇਸ ਸ਼ਲਾਘਾਯੋਗ ਕਦਮ ਨੂੰ ਮੁੱਖ ਰੱਖਦਿਆਂ ਅਸੀਂ ਵਿਦਿਅਕ ਸਭਾ ਜੰਡ ਸਾਹਿਬ ਨੇ ਜੋ ਸਨ 2022 ਦੇ ਵਿੱਚ ਤਕਰੀਬਨ 60-65 ਏਕੜ ਜ਼ਮੀਨ ਜੋ ਠੇਕੇ ਤੇ ਕਿਸਾਨਾਂ ਨੂੰ ਦਿੱਤੀ ਹੈ, ਉਸ ਦੇ ਵਿੱਚ ਵਿਦਿਅਕ ਸਭਾ ਜੰਡ ਸਾਹਿਬ ਜ਼ਿਲ੍ਹਾ ਫਰੀਦਕੋਟ 1500 ਰੁਪਇਆ ਪਰ ਏਕੜ ਕਿਸਾਨਾਂ ਨੂੰ ਆਪਣੇ ਵੱਲੋਂ ਸਹਾਇਤਾ ਦੇਊਗੀ। ਮੈਂ 2 ਸਾਲ ਤੋਂ ਝੋਨੇ ਨੂੰ ਸਿੱਧੀ ਬਿਜਾਈ ਦੇ ਵਿੱਚ ਬੀਜ ਰਿਹਾ ਹਾਂ। ਦੂਜੇ ਝੋਨੇ ਨਾਲੋਂ, ਲਵਾਈ ਵਾਲੇ ਝੋਨੇ ਦੇ ਨਾਲੋਂ ਇਸ ਦਾ ਝਾੜ ਵੱਧ ਆਉਂਦਾ ਹੈ, ਨਾਲੇ ਸਾਡੇ ਪਾਣੀ ਦੀ ਬਚਤ ਹੁੰਦੀ ਹੈ। ਮੈਂ ਕਿਸਾਨਾਂ ਨੂੰ ਅਪੀਲ ਕਰਦਾ ਕਿ ਸਾਰੇ ਸਿੱਧੀ ਬਿਜਾਈ ਕਰਨ, ਜਿਹਦੇ ਨਾਲ ਕਿਸਾਨਾਂ ਦਾ ਬਹੁਤ ਵੱਡਾ ਫਾਇਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਸਾਨ ਵੀਰੋ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦੇ ਸ਼ਬਦ ਦੇ ਡੂੰਘੇ ਅਰਥ ਬੜੀ ਦੇਰ ਪਹਿਲਾਂ ਬਾਣੀ ਦੇ ਵਿੱਚ ਗੁਰੂਆਂ ਨੇ ਉਕਰੇ। ਸੋ ਅੱਜ ਅਸੀਂ ਫਿਕਰਮੰਦ ਹੈ, ਕਿਸਾਨ, ਦੁਕਾਨਦਾਰ, ਹਰ ਵਸਿੰਦਾ ਪੰਜਾਬ ਦਾ ਚੰਗੇ ਪਾਣੀ ਦੇ ਲਈ ਫਿਕਰਮੰਦ ਹੈ, ਪਾਣੀ ਦੀ ਕਮੀ ਦੇ ਲਈ ਫਿਕਰਮੰਦ ਹੈ। ਸੋ ਤੰਦਰੁਸਤ ਜ਼ਿੰਦਗੀ ਤੇ ਚੰਗੀ ਖੇਤੀ ਚੰਗੇ ਪਾਣੀ ਦੇ ਨਾਲ ਹੀ ਹੋ ਸਕਦੀ ਹੈ। ਅੱਜ DSR ਵਿਧੀ ਝੋਨੇ ਦਾ ਟਾਈਮ ਹੈ, ਸਿੱਧੀ ਬਿਜਾਈ ਝੋਨੇ ਦੀ ਜਿਸ ਨੂੰ ਕਿਹਾ ਜਾਂਦਾ ਹੈ, ਉਸ ਦਾ ਲਗਾਉਣ ਦਾ ਟਾਈਮ ਹੈ। ਬਹੁਤ ਹੀ ਕਾਮਯਾਬ ਵਿਧੀ ਹੈ ਜੋ 50-7 ਸਾਲਾਂ ਤੋਂ 10 ਸਾਲਾਂ ਤੋਂ ਲੋਕ ਕਿਸਾਨ ਕਰਦੇ ਆ ਰਹੇ ਨੇ। ਪਹਿਲਾਂ ਸਾਡੇ ਬਜ਼ੁਰਗ ਵੀ ਇਸ ਵਿਧੀ ਦੇ ਨਾਲ ਹੀ ਕਰਦੇ ਸੀ। ਸੋ ਅੱਜ ਸਾਨੂੰ ਇਹਨੂੰ ਅਪਣਾਉਣ ਦੀ ਜ਼ਰੂਰਤ ਹੈ। ਇਹਦੇ ਨਾਲ ਸਭ ਤੋਂ ਜਿਹੜੀ ਵੱਡੀ ਗੱਲ ਹੈ ਕਿ ਜਿੱਥੇ ਆਰਥਿਕ ਤੌਰ ਦੇ ਉੱਤੇ ਸਾਡੀ ਕਾਮਯਾਬੀ ਹੁੰਦੀ ਹੈ, ਫਾਇਦਾ ਹੁੰਦਾ ਹੈ, ਉੱਥੇ ਹੀ ਅਸੀਂ ਪੂਰਾ ਬੀਜ ਆਪਣੇ ਖੇਤ ਦੇ ਵਿੱਚ ਪਾ ਪਾਉਂਦੇ ਹਾਂ। 8 ਕਿਲੋ ਤੋਂ 10 ਕਿਲੋ ਦੇ ਕਰੀਬ ਬੀਜ ਪੈਂਦਾ। ਜਦੋਂ 8 ਤੋਂ 10 ਕਿਲੋ ਬੀਜ ਪੈ ਗਿਆ, ਲਾਈਨ ਟੂ ਲਾਈਨ ਫਾਸਲਾ ਇੱਕੋ ਜਿਹਾ, 20 ਤੋਂ 20 ਫਾਸਲਾ ਇੱਕੋ ਜਿਹਾ, ਤਾਂ ਕਿਤੇ ਵੀ ਇਹ ਘਾਟੇਮੰਦ ਨਹੀਂ ਰਹਿੰਦਾ। ਲੇਕਿਨ ਇਹਨੂੰ ਬੀਜਣ ਤੋਂ ਪਹਿਲਾਂ ਸਾਨੂੰ ਪੂਰੀ ਤਕਨੀਕੀ ਜਾਣਕਾਰੀ ਹੋਣੀ ਜ਼ਰੂਰੀ ਹੈ। ਅਸੀਂ ਸਿਰਫ ਖੁੰਝਦੇ ਉੱਥੇ ਆ ਜਿੱਥੇ ਸਾਨੂੰ ਤਕਨੀਕੀ ਜਾਣਕਾਰੀ ਨਹੀਂ ਹੁੰਦੀ। ਅਸੀਂ ਇੱਕ ਦੂਸਰੇ ਤੋਂ ਜਿਹੜੇ ਪਹਿਲਾਂ ਦੇ ਤਜਰਬੇਕਾਰ ਫਾਰਮਰ ਨੇ, ਕਿਸਾਨ ਨੇ, ਲਗਾ ਰਹੇ ਨੇ, ਅਸੀਂ ਉਹਨਾਂ ਤੋਂ ਉਹਨਾਂ ਦੀ ਤਜਰਬਿਆਂ ਦਾ ਫਾਇਦਾ ਲੈ ਸਕਦੇ, ਉਹਨਾਂ ਨਾਲ ਬੈਠ ਕੇ ਸੰਵਾਦ ਕਰ ਸਕਦੇ ਹਾਂ। ਦੂਸਰਾ ਜਿਹੜਾ ਇਹਦੇ ਚ ਪਾਣੀ ਲੱਗਦਾ, ਪਹਿਲਾ ਪਾਣੀ ਅਸੀਂ ਤਰ ਬੱਤਰ ਦੇ ਵਿੱਚ ਬੀਜੀਏ ਤਾਂ ਉਸੇ ਰੌਣੀ ਦੇ ਵਿੱਚ, ਜਿਹੜੀ ਰੌਣੀ ਦੇ ਵਿੱਚ ਝੋਨਾ ਹਰਾ ਹੋ ਜਾਂਦਾ, ਤਾਂ ਉਸੇ ਰੌਣੀ ਦੇ ਵਿੱਚ ਬੀਜਾਂਗੇ ਤਾਂ ਸਾਨੂੰ 21 ਦਿਨ ਬਾਅਦ ਪਾਣੀ ਲਾਉਣ ਦੀ ਜ਼ਰੂਰਤ ਪੈਂਦੀ ਹੈ। ਤਾਂ 21 ਦਿਨ ਦਾ ਕੱਦੂ ਨੂੰ ਲਾ ਕੇ ਪਾਣੀ ਦੇਖੋ ਵੀ ਕੱਦੂ ਵਾਲੀ ਫਸਲ ਨੂੰ ਕਿੰਨਾ ਲਾਉਂਦੇ ਆ। ਸਾਡੇ 21 ਦਿਨ ਦਾ ਸਿੱਧਾ ਫਾਇਦਾ ਹੁੰਦਾ। ਉਸ ਤੋਂ ਬਾਅਦ ਕਾਫੀ ਵਕਫੇ ਤੋਂ ਬਾਅਦ ਪਾਣੀ ਲਗਾਉਣ ਦੀ ਜ਼ਰੂਰਤ ਸਾਨੂੰ ਪੈਂਦੀ ਹੈ। ਲੇਕਿਨ ਜਦੋਂ ਅਸੀਂ ਪਾਣੀ ਘੱਟ ਲਾਉਂਦੇ ਆ ਤਾਂ ਉਸ ਦੇ ਨਾਲ ਬਿਮਾਰੀਆਂ ਵੀ ਘੱਟ ਪੈਂਦੀਆਂ ਨੇ। ਅੱਜ ਹਰ ਜਗ੍ਹਾ ਤੇ ਚਰਚਾ ਹੁੰਦੀ ਹੈ ਕਿ ਪਾਣੀ ਰੋਕ ਕੇ ਸੁਕਾ ਕੇ ਲਾ ਰਹੇ ਆ। ਅਸੀਂ ਕੱਦੂ ਵਾਲੇ ਖੇਤਾਂ ਨੂੰ ਵੀ ਪਿਛਲੇ 4-5 ਸਾਲਾਂ ਤੋਂ ਅਸੀਂ ਇੰਨੇ ਚੇਤਨ ਹੋ ਗਏ ਆ ਕਿ ਉੱਲੀ ਰੋਗ ਉਹਦੇ ਨਾਲ ਘੱਟ ਪੈਂਦਾ। ਜਦੋਂ ਅਸੀਂ ਪਾਣੀ ਵੱਜਵਾਂ ਲਾਵਾਂਗੇ ਤਾਂ ਬਿਮਾਰੀਆਂ ਘੱਟ ਪੈਣਗੀਆਂ। ਜਦੋਂ ਬਿਮਾਰੀਆਂ ਘੱਟ ਪੈਣਗੀਆਂ ਤਾਂ ਕੁਦਰਤੀ ਤੌਰ ਤੇ ਹੈ ਕਿ ਅਸੀਂ ਆਰਥਿਕ ਤੌਰ ਦੇ ਉੱਤੇ ਸਟਰੋਂਗ ਹੋਵਾਂਗੇ ਔਰ ਫਸਲ ਸਾਡੀ ਚੰਗੀ ਹੋਏਗੀ। ਦੂਸਰਾ, ਇਹਦੀਆਂ ਜੜ੍ਹਾਂ ਡੂੰਘੀਆਂ ਜਾਂਦੀਆਂ ਨੇ। ਜ਼ਮੀਨ ਦਾ ਜਿਹੜਾ ਅਸੀਂ ਕਹਿੰਦੇ ਆ ਵੀ ਥੱਲੇ ਜੀ ਤਲ ਪੱਕ ਗਿਆ, ਸਖਤ ਹੋ ਗਿਆ, ਤਾਂ ਇਹਦੇ ਨਾਲ ਉਹ ਵੀ ਚੇਂਜ ਆਉਂਦੀ ਹੈ ਧਰਤੀ ਦੇ ਵਿੱਚ। ਔਰ ਸਾਡੀ ਜਿਹੜੀ ਕਣਕ ਦੀ ਫਸਲ ਆ, ਅਸੀਂ ਪਿਛਲੇ 3 ਸਾਲਾਂ ਤੋਂ ਇਹ ਵਿਧੀ ਅਪਣਾ ਰਹੇ ਆ ਸਾਡੇ ਫਾਰਮਰ, ਤਾਂ ਕਣਕ ਦੀ ਫਸਲ ਦੇ ਵਿੱਚ ਵੀ ਸਾਨੂੰ ਝਾੜ ਦਾ ਫਰਕ ਮਹਿਸੂਸ ਹੁੰਦਾ। ਸਾਨੂੰ ਭਾਜਪਾ ਵੱਲੋਂ ਮਾਨ ਸਰਕਾਰ ਖਿਲਾਫ ਪ੍ਰਦਰਸ਼ਨ।
ਭਗਵੰਤ ਮਾਨ ਸਰਕਾਰ ਵੱਲੋਂ ਪੰਜਾਬ ਦੇ ਸ਼ਹਿਰਾਂ ਤੇ ਪਿੰਡਾਂ ਵਿੱਚ 12 ਤੋਂ 14 ਘੰਟੇ ਦੀ ਬਿਜਲੀ ਕੱਟ ਲੱਗਣ ਕਾਰਨ ਦੁਖੀ ਜਨਤਾ ਅਤੇ ਕਿਸਾਨਾਂ ਦੀ ਆਵਾਜ਼ ਮੁੱਖ ਮੰਤਰੀ ਭਗਵੰਤ ਮਾਨ ਦੇ ਕੰਨਾਂ ਤੱਕ ਪਹੁੰਚਾਉਣ ਲਈ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਵੱਲੋਂ ਦਿੱਤੇ ਸੱਦੇ ਤੇ ਸੂਬੇ ਭਰ ਦੇ ਭਾਜਪਾ ਵਰਕਰਸ ਲੋਕਾਂ ਦੇ ਹੱਕਾਂ ਲਈ ਸੜਕਾਂ ਉੱਤੇ ਉਤਰ ਕੇ ਸੰਘਰਸ਼ ਕਰ ਰਹੇ ਹਨ। क्योंकि लाइट नहीं आ रही, लाइट नहीं आ रही। ਤੁਹਾਡੇ ਧਿਆਨ ਚ ਹੋਣਾ, ਤੁਹਾਡੇ ਯਾਦ ਹੋਣਾ ਕਿ ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਜਦੋਂ ਸਰਕਾਰ ਸੀ, ਪੰਜਾਬ ਨੂੰ 24 ਘੰਟੇ ਸਪਲਾਈ ਵਾਲਾ ਸੂਬਾ, ਬਿਜਲੀ ਸਰਪਲਸ ਵਾਲਾ ਸੂਬਾ ਬਣਾ ਕੇ ਦੇ ਕੇ ਗਏ ਸੀ। लेके गए सी ना। आज 50 दिनों ਦੇ ਵਿੱਚ ਇਸ ਨਕੰਮੀ ਸਰਕਾਰ ਨੇ ਸਾਡੇ ਸੂਬੇ ਨੂੰ ਕੱਟਾਂ ਵਾਲਾ, ਬਿਜਲੀ ਦੇ ਕੱਟਾਂ ਵਾਲਾ ਸੂਬਾ ਬਣਾ ਦਿੱਤਾ। ਅੱਜ ਘਰਾਂ 'ਚ ਅਸੀਂ ਪੱਖੇ ਲਈ ਬੈਠੇ ਹਾਂ, ਬਿਜਲੀ 12-12 ਘੰਟੇ, 14-14 ਘੰਟੇ, ਪਿੰਡਾਂ 'ਚ 16-16 ਘੰਟੇ ਬਿਜਲੀ ਨਹੀਂ ਆ ਰਹੀ। पंजाब च बिजली का बुरा हाल करता, बिजली की सप्लाई ठप हो गई। अजे झोने की बिजाई शुरू होने वाली है। याद करिए जब झोने की बिजाई शुरू होनी है तो बिजली की हालत इहदे नालों भी ज्यादा बदतर होने वाली है। साथियों, नवी नवी सरकार बनी सी, भगवंत मान जी मुख्यमंत्री बने सी ਤੇ ਤੁਹਾਨੂੰ ਮੈਂ ਦੱਸਣਾ ਚਾਹਾਂਗਾ ਕਿ 3 ਦਿਨ ਬਾਅਦ ਉਹਨਾਂ ਦੀ ਕੋਠੀ ਦੇ ਬਾਹਰ ਧਰਨਾ ਲੱਗ ਗਿਆ ਸੀ। ਬਈ ਇੰਨੀ ਜਲਦੀ ਧਰਨਾ ਲੱਗਿਆ ਕਿਉਂ? ਕਿਉਂਕਿ ਇਹਨਾਂ ਦੇ ਸੁਪਰੀਮੋ ਮਾਨਯੋਗ ਕੇਜਰੀਵਾਲ ਸਾਹਿਬ, ਜਿਹੜੇ ਝੂਠ ਵੇਚਣ ਤੋਂ ਇਲਾਵਾ ਹੋਰ ਕੋਈ ਕੰਮ ਕਰਦੇ ਹੀ ਨਹੀਂ, ਕੇਵਲ ਤੇ ਕੇਵਲ ਝੂਠ ਵੇਚਦੇ ਆ। ਉਹਨਾਂ ਨੇ ਕਿਹਾ ਸੀਗਾ कि सरकार बनते सार ही कदम चकांगा, हर घर नूं 300 यूनिट बिजली फ्री देंगा, पंजाब दी हर भैन नूं जिहदी उम्र 18 साल तो उपर है उन्होंने 1000 रुपया महीना देंगा, पंजाब दे हर बेरोजगार नौजवान नूं नौकरी देंगा। इन्ना ही नहीं, पंजाब की बिगड़ी हुई कानून व्यवस्था जिहड़ी सीगी, जिस कांग्रेस ने बहुत ज्यादा अपनी भागीदारी पाई सी, उन्होंने ठीक करने की भी जिम्मेवारी चकांगा। पर अज पंजाब की कानून व्यवस्था वाल चले जाइए, पंजाब की कानून व्यवस्था वाल चले जाइए, 50 तो ज्यादा कत्ल हो चुके हैं। 6 इंटरनेशनल प्लेयर असी पंजाब के खोले। अजे कल लुधियाना दे विच कल रात नूं एक सीनियर सिटीजन दंपति का कत्ल हो गया। सो मैं दसना चाहना कि कली कानून व्यवस्था खराब करने की गल नहीं। आप पिछले दिनी एक घटना पटियाला विखे हो गई, बड़ी मंदभागी घटना। 29 तरीक तो 10 दिन पहला फेसबुक के ऊपर 2 जने आपस दे विच अखौती लीडर बने हुए जिहड़े वो एक दूजे के प्रति गलत शब्दावली का प्रयोग करते रहे, पर यह सरकार सुत्ती पई रही। 29 तरीक तक किसी ते कोई कार्रवाई नहीं, किसी ते कोई किसी तरह का एक्शन नहीं। और जदों 29 तरीक नूं उन्हां दोनां धिरां ने पंजाब के भाईचारे दे विच जहर घोलण का काम करता, फिर सरकार जा गई, केजरीवाल साहब जा गए, भगवंत मान साहब भी जा गए, आईजी सस्पेंड करता, डीआईजी सस्पेंड करता, एसएसपी की बदली करती, एसपी की बदली करती। ਲੁਧਿਆਣਾ 'ਚ ਸੀਐਮ ਮਾਨ ਦਾ ਐਲਾਨ, ਕਿਸਾਨਾਂ ਨੂੰ ਮੂੰਗੀ ਬਾਸਮਤੀ ਤੇ ਦੇਵਾਂਗੇ ਐਮਐਸਪੀ।
ਅੱਜ ਲੁਧਿਆਣਾ ਦੇ PAU ਵਿੱਚ ਮਹਾਰਾਜ ਜੱਸਾ ਸਿੰਘ ਰਾਮਗੜੀਆ ਦੀ ਜਯੰਤੀ ਤੇ ਆਯੋਜਿਤ ਰਾਜ ਪੱਧਰ ਸਮਾਰੋਹ ਵਿੱਚ ਪਹੁੰਚ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਕਿ ਕਿਸਾਨਾਂ ਨੂੰ ਮੂੰਗੀ ਤੇ ਬਾਸਮਤੀ ਤੇ MSP ਦਿੱਤੀ ਜਾਵੇਗੀ। ਮੂੰਗੀ ਬੀਜਣਾ ਚਾਹੁੰਦੇ ਨੇ, ਮੂੰਗ ਦੀ ਦਾਲ ਜਿਹੜੀ ਹੈ ਉਹ ਕਿਉਂਕਿ 55 ਦਿਨਾਂ ਦੇ ਵਿੱਚ ਉਹ ਮੂੰਗੀ ਜਿਹੜੀ ਹੈ ਉਹ ਪੱਕ ਜਾਂਦੀ ਹੈ, ਤਾਂ ਸਾਡੇ ਕੋਲ ਟਾਈਮ ਹੈਗਾ। ਜੇ ਉਹ 10 ਮਈ ਤੱਕ, 15 ਮਈ ਤੱਕ, 20 ਮਈ ਤੱਕ ਵੀ ਆਪਣੇ ਖੇਤ ਦੇ ਵਿੱਚ ਮੂੰਗੀ ਦੀ ਫਸਲ ਬੀਜਣਗੇ ਤਾਂ 55 ਦਿਨਾਂ 'ਚ ਤਿਆਰ ਹੋ ਜੂਗੀ। ਉਹ 10 ਜੁਲਾਈ 15 ਜੁਲਾਈ ਤੱਕ ਚਲੀ ਜਾਊਗੀ। ਤਾਂ ਉਸ ਤੋਂ ਬਾਅਦ ਝੋਨੇ ਦੀ 126 ਜਿਹੜੀ ਕਿਸਮ ਹੈ ਉਹਦੀ ਬਿਜਾਈ ਜਾਂ ਬਾਸਮਤੀ ਬੀਜੀ ਜਾ ਸਕਦੀ ਹੈ। ਅਸੀਂ ਮੂੰਗੀ ਦੀ ਫਸਲ ਤੇ MSP ਦਾ ਐਲਾਨ ਕਰਦੇ ਹਾਂ। ਜਿੰਨੀ ਵੀ ਮੂੰਗੀ ਦੀ ਪੈਦਾਵਾਰ ਤੁਹਾਡੀ ਫਸਲ 'ਚ ਹੋਊਗੀ ਤੁਹਾਡੇ ਖੇਤ 'ਚ, ਉਹਨੂੰ MSP ਤੇ ਗਵਰਨਮੈਂਟ ਪ੍ਰੋਕਿਓਰ ਕਰੂਗੀ। ਇਸ ਕਰਕੇ ਮੈਂ ਤੁਹਾਨੂੰ ਕਹਿਣਾ ਕਿ ਜੇ ਤੁਸੀਂ ਮੂੰਗੀ ਬੀਜਣਾ ਚਾਹੁੰਦੇ ਹੋ ਤਾਂ ਮੂੰਗੀ ਦੀ ਫਸਲ ਜ਼ਰੂਰ ਬੀਜੋ, ਤੇ ਉਸ ਤੋਂ ਬਾਅਦ ਇੱਕ ਸ਼ਰਤ ਹੈ ਕਿ ਤੁਸੀਂ ਝੋਨੇ ਦੀ 126 ਜਾਂ ਬਾਸਮਤੀ ਜਿਹੜੀ ਹੈ ਉਹ ਫਸਲ ਨੂੰ ਆਪਣੇ ਖੇਤਾਂ ਦੇ ਵਿੱਚ ਉਗਾਓਗੇ। ਇਹ ਪਹਿਲੀ ਵਾਰ ਹੋ ਰਿਹਾ ਕਿ ਝੋਨੇ ਅਤੇ ਕਣਕ ਤੋਂ ਬਿਨਾਂ ਪੰਜਾਬ ਦੇ ਵਿੱਚ ਮੂੰਗੀ ਦੀ ਫਸਲ ਤੇ MSP ਗਵਰਨਮੈਂਟ ਜਿਹੜੀ ਹੈ ਉਹ ਸ਼ੋਰ ਕਰਦੀ ਹੈ। ਸੋ ਮੂੰਗੀ ਦੀ ਫਸਲ ਜਿਹੜੀ ਹੈ ਉਹ ਤੁਸੀਂ ਬੀਜੋ, 55 ਦਿਨਾਂ 'ਚ ਪੱਕ ਕੇ ਤਿਆਰ ਹੋ ਜਾਊਗੀ। ਉਸ ਤੋਂ ਬਾਅਦ ਤੁਸੀਂ ਝੋਨੇ ਦੀ 126 ਜਾਂ ਬਾਸਮਤੀ ਦੀ ਕਿਸਮ ਜਿਹੜੀ ਹੈ ਉਹ ਆਪਣੇ ਬਿਜਾਈ ਕਰ ਸਕਦੇ ਹੋ। ਸੋ ਇਹ ਇੱਕ ਸਮਝ ਲਓ ਐਕਸਟਰਾ ਇੱਕ ਵੱਧ ਫਸਲ ਮਿਲ ਗਈ 55 ਦਿਨਾਂ ਦੇ ਵਿੱਚ ਤੁਹਾਨੂੰ ਕਣਕ ਤੇ ਝੋਨੇ ਦੇ ਵਿਚਾਲੇ ਇੱਕ ਵੱਧ ਫਸਲ ਮਿਲੂਗੀ। ਜਿੰਨੀ ਵੀ ਉਹਦੀ MSP ਤੈਅ ਹੈ ਉਹਦੇ ਤੇ ਅਸੀਂ ਮੂੰਗੀ ਨੂੰ ਅਸੀਂ ਚੁੱਕਾਂਗੇ, ਮੂੰਗੀ ਨੂੰ ਅਸੀਂ ਪ੍ਰੋਕਿਓਰ ਕਰਾਂਗੇ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। PM ਮੋਦੀ ਨੇ ਜੀਟੋ ਕਨੈਕਟ ਸਮਾਗਮ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਾਨ ਇੰਟਰਨੈਸ਼ਨਲ ਟ੍ਰੈਂਡ ਆਰਗੇਨਾਈਜੇਸ਼ਨ ਦੇ ਜੀਟੋ ਕਨੈਕਸ਼ਨ 2022 ਦੇ ਉਦਘਾਟਨ ਸ਼ੈਲੀ ਨੂੰ ਸੰਬੋਧਨ ਕੀਤਾ। आजादी के 75वें वर्ष में अमृत महोत्सव में हो रही है। यहां से देश आजादी के अमृत काल में प्रवेश कर रहा है। अब देश के सामने अगले 25 सालों में स्वर्णिम भारत के निर्माण का संकल्प है। इसलिए इस बार आपने जो थीम रखी है, यह थीम भी अपने आप में बहुत उपयुक्त है। टुगेदर टवर्ड्स टुमारो। और मैं कह सकता हूं कि यही तो वो बात है जो सबका प्रयास का भाव जो आजादी के अमृत काल में तेज गति से विकास का मंत्र है। आने वाले 3 दिनों में आप सबका प्रयास इस भावना को विकास चहु दिशा में हो, विकास सर्वव्यापी हो, समाज का आखिरी व्यक्ति भी छूट न जाए, इस भावना को मजबूती देने वाला आपका ये समिट बना रहे, यही मेरी आपको शुभकामनाएं हैं। इस समिट में वर्तमान और भविष्य की जो हमारी प्राथमिकताएं हैं, चुनौतियां हैं, उनसे निपटने के लिए समाधान ढूंढने वाले हैं। आप सबको बहुत बहुत बधाई है, बहुत बहुत शुभकामनाएं हैं। साथियों, वैसे कई बार मुझे आपके बीच आने का अवसर मिला है। आज बार भी रूबरू में आता तो और आनंद आता, लेकिन वर्चुअल से सही
आप सबके दर्शन कर रहा हूं। साथियों, अभी कल ही मैं यूरोप के कुछ देशों का भ्रमण करके और भारत के सामर्थ्य संकल्पों को और आजादी के अमृतकाल में भारत में मौजूद अवसरों के संबंध में काफी कुछ विस्तार से अनेक लोगों से चर्चा करके लौटा हूं। और मैं ये कह सकता हूं कि जिस तरह का आशावाद, जिस तरह का विश्वास आज भारत के प्रति खुलकर के सामने आ रहा है। आप भी विदेशों में जाते हैं और आप में से जो विदेशों में बसे हैं, आप सब भी अनुभव करते हैं। हर हिंदुस्तानी को, चाहे दुनिया के किसी भी छोर पे हो या हिंदुस्तान के किसी कोने पर हो, हर भारतीयों को आज गौरव महसूस हो रहा है। हमारे आत्मविश्वास को भी इसे एक नई ऊर्जा मिलती है, नई ताकत मिलती है। आज भारत के विकास के संकल्पों को दुनिया अपने लक्ष्यों की प्राप्ति का माध्यम मान रही है। ग्लोबल पीस हो, ग्लोबल प्रॉस्पेरिटी हो, ग्लोबल चैलेंजेस से जुड़े सॉल्यूशंस के रास्ते हो, या फिर ग्लोबल सप्लाई चेन का सशक्तिकरण हो, दुनिया अब भारत की तरफ देखने लगी है और बड़े भरोसे के साथ देख रही है। साथियों, दुनिया में राजनीति से जुड़े हुए लोग हो, नीति निर्माण से जुड़े लोग हो, या फिर आप जैसे जागरूक समाज के नागरिक या बिजनेस कम्युनिटी के लोग हो, एरियाज ऑफ एक्सपर्टाइज, एरियाज ऑफ कंसर्न, चाहे जो भी हो, विचारों में चाहे जितनी भी भिन्नता हो, लेकिन नए भारत का उदय सभी को जोड़ता है। आज सभी को लगता है कि भारत अब प्रोबेबिलिटी और पोटेंशियल से आगे बढ़कर वैश्विक कल्याण के लिए पर्पज के साथ परफॉर्म पर आगे बढ़ रहा है। साथियों, आपसे एक बार ऐसे ही संवाद में मैंने साफ नियत, स्पष्ट इरादों और अनुकूल नीतियों की बात कही थी, काफी चर्चा की थी आप लोगों के साथ। बीते 8 सालों में इसी मंत्र पर चलते हुए स्थितियों में परिवर्तन जो आ रहा है, वो हम रोजमर्रा की जिंदगी में अनुभव कर रहे हैं। आज देश टैलेंट, ट्रेड और टेक्नोलॉजी को जितना हो सके उतना ज्यादा प्रोत्साहित कर रहा है। आज देश हर रोज, और किसी भी हिंदुस्तानी को गर्व होगा, नौजवानों को तो विशेष रूप से गर्व होगा, आज देश हर रोज दर्जनों स्टार्टअप्स रजिस्टर कर रहा है। हर हफ्ते एक यूनिकॉर्न बन रहा है। आज देश हजारों कंप्लायंस खत्म करके जीवन को आसान बनाना
जीविका को भी आसान बनाना, बिजनेस को भी आसान बनाना, एक के बाद एक कदम हर हिंदुस्तानी के गर्व को बढ़ाते हैं। आज भारत में टैक्स व्यवस्था फेसलेस है, ट्रांसपेरेंट है, ऑनलाइन है। वन नेशन वन टैक्स, उस सपने को हम साकार कर रहे हैं। आज देश मैन्युफैक्चरिंग को बढ़ावा देने के लिए लाखों करोड़ रुपए के प्रोडक्शन लिंक इंसेंटिव स्कीम को बखूबी चला रहा है। साथियों, सरकारी व्यवस्थाओं में कैसे पारदर्शिता आ रही है, इसका एक उत्तम उदाहरण हमारी सरकारी खरीद की प्रक्रिया है। जब से गवर्नमेंट ई मार्केट प्लेस यानी जेम पोर्टल अस्तित्व में आया है, सारी खरीद एक प्लेटफॉर्म पर सबके सामने होती है। अब दूर दराज के गांव के लोग, छोटे दुकानदार और सेल्फ हेल्प ग्रुप, स्वयं सहायता समूह सीधे सरकार को अपना प्रोडक्ट बेच सकते हैं। और मैं यहां आप वो लोग हैं जिनके डीएनए में व्यापार है। कुछ न कुछ व्यापार की प्रवृत्ति करते रहना, ये आपके स्वभाव में और संस्कार में है। मैं जीतो के सब लोगों से आग्रह करूंगा, दुनिया में फैले आप सबसे आग्रह करूंगा कि भारत सरकार का ये जो जेम पोर्टल है, एक बार उसका स्टडी तो कीजिए, जरा उसको विजिट कीजिए। और आपके क्षेत्र में ऐसी कोई चीज है जो सरकार को जरूरत है और सरकार खरीदने के लिए आप आसानी से उनके पास पहुंच सकते हैं। आप बहुत लोगों की मदद कर सकते हैं। सरकार ने बहुत बढ़िया प्लेटफॉर्म बनाया है। आज जेम पोर्टल पर 40 लाख से अधिक सेलर्स जुड़ चुके हैं जिनको अपना प्रोडक्ट बेचना है। ऐसे 40 लाख लोग उस पर रजिस्ट्री करवा चुके हैं। और मुझे खुशी इस बात की है कि इनमें से अधिकतम एमएसएमईज हैं, छोटे कारोबारी हैं, उद्यमी हैं, हमारी महिला सेल्फ हेल्प ग्रुप की बहनें हैं। और आपको ये जानकर के अच्छा लगेगा कि इसमें भी 10 लाख सेलर तो सिर्फ पिछले 5 महीने में ही जुड़े हैं। ये दिखाता है कि इस नई व्यवस्था पर लोगों का भरोसा कितना बढ़ रहा है। ये दिखाता है जब सरकार में इच्छा शक्ति होती है और जनता जनार्दन का साथ होता है, सबका प्रयास की भावना प्रबल होती है, तो बदलाव को कोई रोक नहीं सकता है। बदलाव संभव होता है और वो बदलाव आज हम देख भी रहे हैं, अनुभव भी कर रहे हैं। साथियों, भविष्य का हमारा रास्ता और मंजिल दोनों स्पष्ट है। आत्मनिर्भर भारत हमारा रास्ता भी है और हमारा संकल्प भी है। और ये किसी सरकार का नहीं, 130 करोड़ देशवासियों का है। बीते सालों में हमने इसके लिए हर जरूरी कदम उठाए, माहौल को सकारात्मक बनाने के लिए निरंतर परिश्रम किया है। देश में बन रहे सही वातावरण का सदुपयोग कर
संकल्पों की सिद्धि की कमान अब आप जैसे मेरे साथियों पर है, जीतों के सदस्यों पर है। आप जहां भी जाएं, जिससे भी मिले, आपके दिन के आधा समय आने वाले कल की चर्चा करने के स्वभाव के लोग हैं आप बीते हुए परिस्थितियों पर रोक करके बैठने वाले लोग आप नहीं हैं। आप भविष्य की तरफ देखने वाले लोगों में से हैं। और मैं आप लोगों के बीच में पला पड़ा हूं, तो मुझे मालूम है कि आप लोगों का नेचर क्या है। और इसलिए मैं आपसे आग्रह करता हूं कि आप जैसे, और खास करके मेरे युवा जैन समाज एंटरप्रेन्योर है, इनोवेटर है, आपकी जिम्मेवारी जरा ज्यादा है। आजादी के इस अमृत महोत्सव में जैन इंटरनेशनल ट्रेड ऑर्गेनाइजेशन एक संस्था के रूप में भी, और आप सभी सदस्यों से देश को अपेक्षाएं होना बहुत स्वाभाविक है। शिक्षा हो, स्वास्थ्य हो, और छोटे मोटे वेलफेयर के संस्थान हो, जैन समाज ने बेस्ड इंस्टीट्यूशंस, बेस्ट प्रैक्टिसेस और बेस्ट सर्विसेज को हमेशा एनकरेज किया है। ਜ਼ੈਲੈਂਸਕੀ ਨੇ ਕੀਤੀ ਲਾਈਵ ਪ੍ਰੈਸ ਕਾਨਫਰੰਸ। ਯੂਕਰੇਨ ਦੇ ਖਿਲਾਫ ਰੂਸੀ ਸੰਘ ਦੇ ਪੂਰੇ ਪੈਮਾਨੇ ਤੇ ਲੜਾਈ ਦੇ 10 ਹਫ਼ਤਿਆਂ ਬਾਅਦ ਯੂਕਰੇਨ ਦੇ ਸਮਰਥ ਵਿੱਚ ਉੱਚ ਪੱਧਰ ਅੰਤਰਰਾਸ਼ਟਰੀ ਦਾਅਵਿਆਂ ਦੀ ਕਾਨਫਰੰਸ ਵਿੱਚ ਸਾਡੀ ਮੀਟਿੰਗ ਇਹ ਸਾਬਤ ਕਰਦੀ ਹੈ ਕਿ ਯੂਕਰੇਨ, ਯੂਰਪ ਅਤੇ ਪੂਰਾ ਆਜ਼ਾਦ ਸੰਸਾਰ ਇਹ ਸਾਂਝੀ ਜਿੱਤ ਦੇ ਰਾਹ ਤੇ ਹੈ। ਸਾਡਾ ਰਾਜ ਪੂਰੀ ਕਾਰਜਸ਼ੀਲਤਾ ਬਰਕਰਾਰ ਰੱਖਦਾ ਹੈ। Фінансів, гуманітарної підтримки, здатності забезпечити нормальне життя на вільній від ворога території у відбудові того, що зруйнувала російська армія. Свобода має демонструвати наочно, що вона захищає і забезпечує людей краще, ніж тиранія, яка десятки років насолоджувалась масштабним потоком грошей за нафту, газ та іншу сировину. Саме так свобода виграє. Саме тому ця конференція важлива для всіх в Європі, і стратегічно важлива, і тактично. Перше, потрібен достатній фінансовий ресурс, щоб українці і українки були забезпечені усім необхідним, поки війна триває. Українська держава, як розпорядник цих коштів, забезпечить всі нагальні потреби, як оборонні, так і соціальні, і гуманітарні. Друге, ми вже готуємо масштабний план відновлення України після війни і потребуємо стратегічного міжнародного плану підтримки для України, який буде сучасним аналогом історичного плану Маршалла. Це гроші і не тільки, це технології, це спеціалісти, можливості для зростання, які необхідні для повернення безпечного життя, для модернізації і соціального розвитку. Це будуть інвестиції у стабільність усього центру і Сходу Європи, щоб агресор знав, що не зламає силу Європи та усіх вільних народів, і щоб все зруйноване війною було відбудовано на високому рівні. Відновлення України зараз має стати таким же історичним прикладом для нашого часу і майбутнього, яким свого часу стало відновлення європейських країн після Другої світової війни. І такі інвестиції вільного світу, якщо вони будуть швидкими, якщо вони будуть достатніми, означатимуть, що мільйони наших людей, які стали вимушеними переселенцями через цю війну, зможуть повернутися додому. Ми пропонуємо нашим партнерам, цивілізованим і відповідальним державам взяти шефство над тими регіонами, над тими містами, над тими галузями України, які постраждали від розв'язаної Росією війни. Взяти шефство, щоб разом із нами забезпечити повноцінне відновлення цих регіонів, цих наших міст, містечок і галузей. Такий проєкт шефства може створити новий і так само історичний приклад взаємодії і партнерства між державами вільного світу, між регіонами, містами
і компаніями Європи і демократичних країн. Третє, потрібен швидкий рух України в Європейський Союз через статут кандидатства, який має бути наданий саме зараз, в умовах війни, в рамках спеціальної скороченої процедури набуття членства в ЄС. Бо ця війна Росії проти України планувалася як прелюдія удару по об'єднаній Європі. Більше об'єднання – це потужно. ਇਹ ਸਨ ਅੱਜ ਦੀਆਂ ਮੁੱਖ ਖਬਰਾਂ। ਮੈਨੂੰ ਅਮਨਪ੍ਰੀਤ ਨੂੰ ਦਿਓ ਇਜਾਜ਼ਤ ਤੇ ਹੋਰ ਵਧੇਰੇ ਖਬਰਾਂ ਦੇ ਲਈ ਜੁੜੇ ਰਹੋ ਇੰਡੀਆ ਪਲੱਸ USA ਦੇ ਨਾਲ। ਸਤਿ ਸ਼੍ਰੀ ਅਕਾਲ।